ਘਾਟਾ ਕੋਈ ਨਹੀਂ, ਇਹਦੇ ਚ ਨਫਾ ਹੈ ਤੇ ਬਹੁਤ ਜ਼ਿਆਦਾ ਨਫਾ ਹੈ। ਸਹੀ ਥੋੜਾ ਨਫਾ ਨਹੀਂ ਆ। ਲੋਕੀ ਬਾਹਰ ਜਾਂਦੇ ਨੇ, ਅਸੀਂ ਬਾਹਰ ਇੱਕ ਦਿਨ ਨਹੀਂ ਗਏ। ਇੱਕ ਦਿਨ ਦਾ ਬਾਹਰ ਦਿਹਾੜੀ ਮਜ਼ਦੂਰੀ ਜਾਂ ਬਾਹਰ ਦੇ ਮੁਲਕ ਦਾ ਕੋਈ ਨੌਕਰੀ ਪੇਸ਼ਾ ਸਾਡੇ ਕੋਲ ਨਹੀਂ। ਅਲਹਮਦੁਲਿਲਾ ਅਲਹਮਦੁਲਿਲਾ, ਅੱਲਾ ਦਾ ਏਡਾ ਆਸਾਨ ਹੈ। ਅੱਲਾ ਨੇ ਇੱਜ਼ਤ ਵੀ ਦਿੱਤੀ ਹੈ ਤੇ ਦੂ ਤਿੰਨਾਂ ਮਈਆਂ ਤੋਂ ਟੁਰ ਕੇ ਤੇ ਅੱਜ ਮਾਸ਼ਾਅੱਲਾ ਅੱਲਾ ਦਾ ਕਰਮ ਹੈ, ਸਾਡੇ ਕੋਲ 12-14 ਮਈਆਂ ਵੀ ਨੇ ਜਾਂ ਗਾਈਆਂ ਇਹ ਉਹ। ਅਲਹਮਦੁਲਿਲਾ ਸਿਰਫ ਇਸੇ ਹੀ ਕੰਮ ਤੋਂ ਹੈ। ਤੇ ਟੋਟਲ ਮਾਸ਼ਾਅੱਲਾ ਤੁਹਾਡੇ ਕੋਲ ਕਿੰਨੇ ਜਾਨਵਰ ਨੇ ਇਸ ਟਾਈਮ? ਟੋਟਲ ਇਸ ਟਾਈਮ ਤਕਰੀਬਨ ਜਾਨਵਰ ਹੋਣਗੇ ਕੋਈ 30 ਛੋਟੇ ਵੱਡੇ ਪਾ ਕੇ। ਮਾਸ਼ਾਅੱਲਾ। ਤੇ ਇਹ ਸਾਰੇ ਤੁਸੀਂ ਦੋ ਤਿੰਨ ਡੰਗਰਾਂ ਤੋਂ ਹੀ ਬਣਾਏ ਨੇ? ਜੀ ਬੇਸ਼ੱਕ। ਕਿੰਨਾ ਅਰਸਾ ਲੱਗਾ ਤੁਹਾਨੂੰ? ਤਕਰੀਬਨ ਇਸ ਗੱਲ ਨੂੰ ਕੋਈ 7 ਸਾਲ ਹੋਏ। ਜਿੱਥੋਂ ਜ਼ਿਆਦਾ ਮਿਲੇ ਉਹ ਹਰ ਇਨਸਾਨ ਉਧਰ ਨੂੰ ਜਾਂਦਾ, ਘਾਟੇ ਵੱਲ ਕੋਈ ਨਹੀਂ ਜਾਂਦਾ। ਘਾਟਾ ਤੇ ਰੱਬੋਂ ਆਉਂਦਾ। ਬਹਰਹਾਲ ਨੀਅਤ ਨੇਕ ਹੋਵੇ ਤੇ ਜਿਹੜਾ ਵੀ ਕਰੇ ਨੀਅਤ ਨੇਕ ਰੱਖ ਕੇ ਰੋਜ਼ੀ ਅੱਲਾ ਦਿੰਦਾ ਤੇ ਸੋਹਣੀ ਦਿੰਦਾ। ਬੜੀ ਜ਼ਬਰਦਸਤ ਗੱਲ ਹੈ। ਮੈਂ ਤੁਹਾਡੀ ਗੱਲ ਤੋਂ ਇਹ ਸਮਝਾਂ ਕਿ ਉਸ ਕੰਮ ਨਾਲੋਂ ਵਾਈ ਬੀਜ ਨਾਲੋਂ ਤੁਸੀਂ ਸਮਝਿਆ ਕਿ ਇਹਦੇ 'ਚ ਇਨਕਮ ਜ਼ਿਆਦਾ ਹੈ। ਬਿਲਕੁਲ ਬਿਹਤਰ ਹੈ। ਠੀਕ ਹੋ ਗਿਆ ਜੀ। ਉਹਦੇ ਤੋਂ ਮਹੀਂ ਕੋਲੋਂ ਦੁੱਧ ਜ਼ਿਆਦਾ ਲੈਣਾ, ਗਾਈ ਕੋਲੋਂ ਦੁੱਧ ਜ਼ਿਆਦਾ ਲੈਣਾ, ਜੀ। ਉਹਨੂੰ ਕਣਕ ਦਾ ਵੰਡਾ ਪਾਣਾ। ਕਣਕ ਪਾ ਲੈਣੀ ਹੈ 2 ਕਿਲੋ ਪਾ ਲਓ ਟਾਈਮ ਦੀ, 2.5 ਪਾ ਲਓ, 3 ਪਾ ਲਓ। ਇਸ ਤੋਂ ਵੱਧ ਤੇ ਕਣਕ ਜ਼ਿਆਦਾ ਨਹੀਂ ਮੁਨਾਸਬ ਮਹੀਂ ਨੂੰ। ਸਹੀ ਤੇ ਹੈ। ਮਹੀਂ ਦੁੱਧ ਫੁੱਲ ਦੇਗੀ, ਫੁੱਲ ਦੇਵੇਗੀ ਤੇ ਜਿਸਮ ਤੋਂ ਵੀ ਤਗੜੀ ਤੇ ਦੁੱਧ ਵੀ ਜ਼ਿਆਦਾ ਦੇਗੀ ਮਾਸ਼ਾਅੱਲਾ। ਅਸੀਂ ਸਿਰਫ ਕੌੜੀ ਖਲ, ਜੀ ਚੌਕਰ ਤੇ ਕਣਕ, ਜੀ। ਇਸ ਤੋਂ ਇਲਾਵਾ ਦੂਸਰੀਆਂ ਖਲ ਵੜੇਵਿਆਂ ਦੀ ਅਸੀਂ ਨਹੀਂ ਪਾਉਂਦੇ। ਨਾ ਅਸੀਂ ਉਹ ਫੀਡ ਪਾਉਂਦੇ ਆ, ਨਾ ਅਸੀਂ ਕੋਈ ਦੂਸਰਾ ਪਾਉਂਦੇ ਆ, ਕੋਈ ਤੇ ਵੱਡਾ। ਤੁਹਾਡੀ ਨਜ਼ਰ 'ਚ ਇਹ ਬਿਹਤਰੀਨ ਵੰਡਾ ਹੈ? ਸਭ ਤੋਂ ਬਿਹਤਰੀਨ ਇਹ ਤੇ ਕਣਕ ਦੇ ਮੁਕਾਬਲੇ ਦਾ ਇੱਕ ਵੰਡਾ ਵੀ ਨਹੀਂ ਜੋ ਮਰਜ਼ੀ ਪੈ ਜਾਏ। ਅੱਲਾ ਵੀ ਰਾਜ਼ੀ ਹੋਏਗਾ ਜਦੋਂ ਇਹਨੂੰ ਟਾਈਮ ਨਾਲ ਇਹਦੇ ਨਾਲ ਇਹਨੂੰ ਪਾਣੀ ਪਿਆਵਾਂਗੇ, ਇਹਦੇ ਟਾਈਮ ਨਾਲ ਇਹਦਾ ਦੁੱਧ ਚੋਵਾਂਗੇ, ਇਹਦੇ ਟਾਈਮ ਨਾਲ ਇਹਨੂੰ ਖੁਰਾਕ ਦੇਵਾਂਗੇ। ਅੱਲਾ ਵੀ ਰਾਜ਼ੀ ਹੋਏਗਾ ਤੇ ਡੰਗਰ ਵੀ ਰਾਜ਼ੀ ਹੋਏਗਾ। ਜਦੋਂ ਡੰਗਰ ਰਾਜ਼ੀ ਹੋਇਆ ਤੇ ਅੱਲਾ ਪਾਕ ਆਪ ਰਾਜ਼ੀ ਹੋ ਗਿਆ ਤੇ ਅੱਲਾ ਨੇ ਬਰਕਤ ਵੀ ਆਪ ਪਾ ਦਿੱਤੀ। ਕਿਸੇ ਦੀ ਗੱਲ ਨਹੀਂ ਕਰਦਾ, ਆਪਣੀ ਗੱਲ ਕਰਨਾ। ਹਾਲ ਮੌਕਿਆ ਅੱਲਾ ਦਾ ਕਰਮ ਹੈ, ਅੱਲਾ ਦਾ ਕਰਮ ਹੈ। ਸਾਡੇ ਕੋਲ ਮੱਝ ਹੈ, ਤਕਰੀਬਨ ਉਹ 24 ਕਿਲੋ 25 ਕਿਲੋ ਦੁੱਧ ਉਹਦੇ ਥੱਲੇ ਅਸਾਂ ਚੋਇਆ ਹੈ। ਮਾਸ਼ਾਅੱਲਾ। अस्सलाम वालेकुम ਜੀ ਵਾਲੇਕੁਮ ਅਸਲਾਮ। ਬਜ਼ੁਰਗੋ, ਕੀ ਨਾਂ ਹੈ ਤੁਹਾਡਾ? ਜੀ ਮੇਰਾ ਨਾਮ ਸ਼ਗਰੀ, ਪਿੰਡ ਕਿਹੜਾ ਜੇ? ਸੈਦੇ ਵਾਲੀ। ਤੇ ਅਰਸ਼ਦ ਸਾਹਿਬ, ਅੱਜ ਗੱਲ ਜਿਹੜੀ ਨਾ ਮੁੱਕਦੀ ਮੁਕਾਣੀ ਹੈ, ਤੁਸੀਂ ਇਹ ਦੱਸੋ ਕਿ ਇਹ ਕੰਮ ਕਿਹੋ ਜਿਹਾ ਹੈ? ਕੰਮ ਇਹ ਬਿਹਤਰ ਹੈ, ਅੱਛਾ ਹੈ। ਬਾਕੀ ਨੇਕ ਨੀਅਤ ਨਾਲ ਇਸ ਕੰਮ ਨੂੰ ਕਰੀਏ, ਨੇਕ ਨੀਅਤ ਨਾਲ ਤੇ ਫਿਰ ਇਹ ਬਿਹਤਰ ਹੈ। ਤੇ ਜੇ ਨੀਅਤ ਦੇ ਵਿੱਚ ਖਰਾਬੀ ਕਰ ਦਈਏ ਤੇ ਫਿਰ ਇਹਦੇ ਵਿੱਚ ਕੁਝ ਹਾਸਲ ਨਹੀਂ। ਨੇਕ ਨੀਅਤ ਤੋਂ ਕੀ ਮੁਰਾਦ ਲਵਾਂ ਮੈਂ? ਨੇਕ ਨੀਅਤ ਤੋਂ ਮੁਰਾਦ ਇਹ ਕਿ ਤੇ ਜਿਹਦੇ ਕੋਲੋਂ ਡੰਗਰ ਲੈਣਾ ਉਹਦੇ ਨਾਲ ਪੈਸੇ ਦਾ ਹੇਰਾ ਫੇਰੀ ਨਹੀਂ, ਝੂਠ ਨਹੀਂ ਕਰਨਾ, ਗਲਤ ਬਿਆਨੀ ਨਹੀਂ ਕਰਨੀ, ਉਹਨੂੰ ਦੱਸ ਕੇ 10 ਦਿਨਾਂ ਨੂੰ ਤੇ ਮਹੀਨੇ ਤੱਕ ਨਹੀਂ ਖਰਾਬ ਕਰਨਾ। ਉਂਝ ਰੱਬੋਂ ਹੋਈਏ ਬਾਅਦ ਟਾਈਮ ਨਹੀਂ ਬਣਦੇ ਤੇ ਉਹ ਗੱਲ ਅਲੱਗ ਹੈ। ਬਹਰਹਾਲ ਉਹਨੂੰ ਜਿਹੜਾ ਟਾਈਮ ਕਰੀਏ ਉਸ ਟਾਈਮ ਨਾਲ ਪੈਸੇ ਦੇਵੋ। ਜਿਹਦੇ ਕੋਲੋਂ ਖਲ ਵੰਡਾ ਲੈਂਦੇ ਉਹਨੂੰ ਖਲ ਵੰਡੇ ਦੇ ਪੈਸੇ ਟਾਈਮ ਨਾਲ ਪਹੁੰਚਾਓ। ਦੁੱਧ ਦੇ ਵਿੱਚ ਪਾਣੀ ਨਾ ਪਾਓ, ਮਿਲਾਵਟ ਨਾ ਕਰੋ। ਨੇਕ ਨੀਅਤ ਇਹ ਵੀ ਹੈਗੀ, ਹੋਰ ਇਹਦੀ ਨੇਕ ਨੀਅਤ ਕੋਈ ਨਹੀਂ। ਤੇ ਅੱਲਾ ਤੇ ਭਰੋਸਾ ਰੱਖੋ, ਰੋਜ਼ੀ ਸੋਹਣਾ ਅੱਲਾ ਦਿੰਦਾ ਤੇ ਬੜੀ ਇੱਜ਼ਤ ਨਾਲ ਤੇ ਲੰਗ ਪੜਦੇ ਨਾਲ ਸੋਹਣੀ ਦਿੰਦਾ। ਜ਼ਬਰਦਸਤ, ਕੀ ਬਾਤ ਹੈ। ਤੁਸੀਂ ਬੜੀ ਸੁਥਰੀ ਗੱਲ ਕੀਤੀ ਹੈ ਕਿ ਅਗਰ ਦੁੱਧ ਵਿੱਚ ਪਾਣੀ ਨਾ ਪਾਇਆ ਜਾਏ, ਨੇਕ ਨੀਅਤ ਦਾ ਕੰਮ ਕੀਤਾ ਜਾਏ ਤੇ ਇਸ ਕੰਮ 'ਚ ਘਾਟਾ ਕੋਈ ਨਹੀਂ। ਘਾਟਾ ਕੋਈ ਨਹੀਂ, ਇਹਦੇ ਚ ਨਫਾ ਹੈ ਤੇ ਬਹੁਤ ਜ਼ਿਆਦਾ ਨਫਾ ਹੈ। ਸਹੀ ਥੋੜਾ ਨਫਾ ਨਹੀਂ ਆ। ਲੋਕੀ ਬਾਹਰ ਜਾਂਦੇ ਨੇ, ਅਸੀਂ ਬਾਹਰ ਇੱਕ ਦਿਨ ਨਹੀਂ ਗਏ। ਇੱਕ ਦਿਨ ਦਾ ਬਾਹਰ ਦਿਹਾੜੀ ਮਜ਼ਦੂਰੀ ਜਾਂ ਬਾਹਰ ਦੇ ਮੁਲਕ ਦਾ ਕੋਈ ਨੌਕਰੀ ਪੇਸ਼ਾ ਸਾਡੇ ਕੋਲ ਨਹੀਂ। ਅਲਹਮਦੁਲਿਲਾ ਅਲਹਮਦੁਲਿਲਾ, ਅੱਲਾ ਦਾ ਏਡਾ ਆਸਾਨ ਹੈ। ਅੱਲਾ ਨੇ ਇੱਜ਼ਤ ਵੀ ਦਿੱਤੀ ਹੈ ਤੇ ਦੂ ਤਿੰਨਾਂ ਮਈਆਂ ਤੋਂ ਟੁਰ ਕੇ ਤੇ ਅੱਜ ਮਾਸ਼ਾਅੱਲਾ ਅੱਲਾ ਦਾ ਕਰਮ ਹੈ, ਸਾਡੇ ਕੋਲ 12-14 ਮਈਆਂ ਵੀ ਨੇ ਜਾਂ ਗਾਈਆਂ ਇਹ ਉਹ। ਅਲਹਮਦੁਲਿਲਾ ਸਿਰਫ ਇਸੇ ਹੀ ਕੰਮ ਤੋਂ ਹੈ। ਤੇ ਟੋਟਲ ਮਾਸ਼ਾਅੱਲਾ ਤੁਹਾਡੇ ਕੋਲ ਕਿੰਨੇ ਜਾਨਵਰ ਨੇ ਇਸ ਟਾਈਮ? ਟੋਟਲ ਇਸ ਟਾਈਮ ਤਕਰੀਬਨ ਜਾਨਵਰ ਹੋਣਗੇ ਕੋਈ 30 ਛੋਟੇ ਵੱਡੇ ਪਾ ਕੇ। ਮਾਸ਼ਾਅੱਲਾ। ਤੇ ਇਹ ਸਾਰੇ ਤੁਸੀਂ ਦੋ ਤਿੰਨ ਡੰਗਰਾਂ ਤੋਂ ਹੀ ਬਣਾਏ ਨੇ? ਜੀ ਬੇਸ਼ੱਕ। ਕਿੰਨਾ ਅਰਸਾ ਲੱਗਾ ਤੁਹਾਨੂੰ? ਤਕਰੀਬਨ ਇਸ ਗੱਲ ਨੂੰ ਕੋਈ 7 ਸਾਲ ਹੋ ਗਏ ਨੇ, ਜ਼ਿਆਦਾ ਕਰਦੇ ਆ। ਅੱਛਾ। ਉਦੋਂ ਪਹਿਲਾਂ ਅਸੀਂ ਪੂਰਾ ਹੀ ਰੱਖਦੇ ਸਾਂ, ਉਦੋਂ ਨਾਲ ਖੇਤੀਬਾੜੀ ਦਾ ਜ਼ਿਆਦਾ ਕਰੀਦਾ ਸੀ, ਮਾਲ ਡੰਗਰ ਦਾ ਘੱਟ ਕਰੀਦਾ ਸੀ। ਹੁਣ ਖੇਤੀਬਾੜੀ ਦਾ ਵੀ ਤਾਂ ਉਹੋ ਹੀ ਹੈ। ਹੁਣ ਖੇਤੀਬਾੜੀ ਦੇ ਨਾਲ ਹੁਣ ਦੂਜਾ ਫਸਲ ਪਕਾਵਾਂ ਨਹੀਂ, ਅਸੀਂ ਬੀਜਦੇ ਘੱਟ ਬੀਜਨੇ ਆ, ਆਪਣੇ ਖਾਣ ਪੀਣ ਜੋਗੀ ਮੁੰਜੀ ਜਾਂ ਕਣਕ। ਬਹਰਹਾਲ ਜ਼ਿਆਦਾ ਪੱਠੇ ਮਾਲ ਦੇ ਕਰਨੇ। ਤੇ ਬੜਾ ਅਹਿਮ ਸਵਾਲ ਹੈ, ਕੀ ਵਜ੍ਹਾ ਕਿ ਤੁਸੀਂ 7 ਸਾਲ ਪਹਿਲੇ ਇਹ ਸੋਚਿਆ ਕਿ ਕੰਮ ਨੂੰ ਵਧਾਉਣਾ ਚਾਹੀਦਾ? ਉਹਦੀ ਕੀ ਵਜ੍ਹਾ ਹੈ? ਵਜ੍ਹਾ ਇਹ ਹੈ ਕਿ ਰੋਜ਼ੀ ਉਧਰ ਵੀ ਰੋਜ਼ੀ ਕਮਾਣੀ, ਇਧਰ ਵੀ ਰੋਜ਼ੀ ਕਮਾਣੀ, ਰੋਜ਼ੀ ਦੀ ਤਲਾਸ਼ ਹੈ। ਜਿੱਥੋਂ ਜ਼ਿਆਦਾ ਮਿਲੇ ਉਹ ਹਰ ਇਨਸਾਨ ਉਧਰ ਨੂੰ ਜਾਂਦਾ, ਘਾਟੇ ਵੱਲ ਕੋਈ ਨਹੀਂ ਜਾਂਦਾ। ਘਾਟਾ ਤੇ ਰੱਬੋਂ ਆਉਂਦਾ। ਬਹਰਹਾਲ ਨੀਅਤ ਨੇਕ ਹੋਵੇ ਤੇ ਜਿਹੜਾ ਵੀ ਕਰੇ ਨੀਅਤ ਨੇਕ ਰੱਖ ਕੇ ਰੋਜ਼ੀ ਅੱਲਾ ਦਿੰਦਾ ਤੇ ਸੋਹਣੀ ਦਿੰਦਾ। ਬੜੀ ਜ਼ਬਰਦਸਤ ਗੱਲ ਹੈ। ਮੈਂ ਤੁਹਾਡੀ ਗੱਲ ਤੋਂ ਇਹ ਸਮਝਾਂ ਕਿ ਉਸ ਕੰਮ ਨਾਲੋਂ ਵਾਈ ਬੀਜ ਨਾਲੋਂ ਤੁਸੀਂ ਸਮਝਿਆ ਕਿ ਇਹਦੇ 'ਚ ਇਨਕਮ ਜ਼ਿਆਦਾ ਹੈ। ਬਿਲਕੁਲ ਬਿਹਤਰ ਹੈ। ਠੀਕ ਹੋ ਗਿਆ। ਬਿਹਤਰ ਹੋਇਆ। ਅੱਛਾ, ਹੁਣ ਅਰਸ਼ਦ ਸਾਹਿਬ, ਤੁਸੀਂ ਉਹਨਾਂ ਬੰਦਿਆਂ ਨੂੰ ਸਮਝਾਉਣਾ ਜਿਹੜੇ ਬੰਦੇ ਨਵੇਂ ਨੇ ਔਰ ਇਸ ਕੰਮ 'ਚ ਆਉਣਾ ਚਾਹੁੰਦੇ ਨੇ, ਜੀ। ਉਹ ਗੱਲਾਂ ਸਮਝਾਉਣੀਆਂ ਨੇ ਕਿ ਉਹਨਾਂ ਦਾ ਨੁਕਸਾਨ ਨਾ ਹੋਏ ਤੇ ਕਿਸ ਤਰ੍ਹਾਂ ਕੰਮ ਹੈ ਕਰਨ। ਕੰਮ ਇਹ ਅਸੀਂ ਤੇ ਜਿਹੜਾ ਆਪ ਕੀਤਾ ਅਸੀਂ ਤੇ ਉਹੀ ਦੱਸਣਾ ਕਿਸੇ ਨੂੰ। ਬਿਲਕੁਲ ਉਹੀ ਦੱਸੋ ਜੀ। ਅਸੀਂ ਮੈਂ ਇਹ ਗੱਲ ਸਮਝਣਾ ਜਿਹੜਾ ਆਂਦੇ ਨੇ ਵੰਡਾ,
ਜੀ ਖਾਲੋ ਫਲਾਣੀ ਲਿਆਓ ਜੀ ਆ ਜਿਹੜੀ ਇਹ ਉਹ ਬਣਾਉਂਦੇ ਨੇ ਦੂਸਰੀ ਫੀਡ ਉਹ ਮਈਆਂ ਦੇ ਖਿਲਾਫ ਉਹ ਮਈਆਂ ਨੂੰ ਨਹੀਂ ਪਾਣੀ ਚਾਹੀਦੀ। ਸਹੀ ਹੈ, ਉਹ ਤੁਸੀਂ ਤਜਰਬਾ ਕਰ ਚੁੱਕੇ ਹੋ? ਜੇ ਅਸੀਂ ਪਾਈ ਨਹੀਂ ਫੀਡ ਅੱਜ ਤੱਕ ਨਹੀਂ ਪਾਈ। ਮੈਂ ਦੂਸਰੇ ਲੋਕਾਂ ਦੀ ਪਾਈ ਗੱਲ ਸੁਣ ਕੇ ਤੇ ਮੈਂ ਇਹਦੇ ਖਿਲਾਫ ਹਾਂ ਫੀਡ ਤੋਂ। ਸਹੀ ਹੈ, ਉਹਦੇ ਤੋਂ ਮਹੀਂ ਕੋਲੋਂ ਦੁੱਧ ਜ਼ਿਆਦਾ ਲੈਣਾ, ਗਾਈ ਕੋਲੋਂ ਦੁੱਧ ਜ਼ਿਆਦਾ ਲੈਣਾ, ਉਹਨੂੰ ਕਣਕ ਦਾ ਵੰਡਾ ਪਾਣਾ। ਕਣਕ ਪਾ ਲੈਣੀ ਹੈ 2 ਕਿਲੋ ਪਾ ਲਓ ਟਾਈਮ ਦੀ, 2.5 ਪਾ ਲਓ, 3 ਪਾ ਲਓ, ਇਸ ਤੋਂ ਵੱਧ ਤੇ ਕਣਕ ਜ਼ਿਆਦਾ ਨਹੀਂ ਮਨਾਸਬ ਨਹੀਂ। ਸਹੀ ਹੈ, ਤੇ ਮੈਂ ਦੁੱਧ ਫੁੱਲ ਦੇਗੀ, ਫੁੱਲ ਦੇਵੇਗੀ ਤੇ ਜਿਸਮ ਤੋਂ ਵੀ ਤਗੜੀ ਤੇ ਦੁੱਧ ਵੀ ਜ਼ਿਆਦਾ ਦੇਗੀ ਮਾਸ਼ਾਅੱਲਾ। ਅੱਛਾ, ਯਾਨੀ ਕਿ ਤੁਹਾਡੇ ਕਰੀਬ ਇਹ ਨੁਸਖਾ ਵੇ ਕਿ ਉਹਨੂੰ 2 ਕਿਲੋ ਸਵੇਰ 2 ਕਿਲੋ ਸ਼ਾਮ ਕਣਕ ਪਾਈ ਜਾਏ। ਜੀ ਬਿਲਕੁਲ। ਤਰੀਕਾ ਦੱਸਿਓ ਕਿਸ ਤਰ੍ਹਾਂ ਦਲ ਕੇ ਪਾਈ ਜਾਏ? ਜੀ ਉਹਨੂੰ ਅਸੀਂ ਜਿਹੜੀ ਪਾਣੇ ਆ ਅਸੀਂ ਉਹ ਦਲਾਨੇ ਆ ਤੇ ਦਲੀਆ ਇਹ ਹੁਣ ਅਕਸਰ ਮਸ਼ੀਨਾਂ ਗ੍ਰਾਈਂਡਰ ਨੇ, ਦੂਸਰੀ ਮਸ਼ੀਨ ਨਹੀਂ ਆਟਾ ਪੀਣ ਵਾਲੀਆਂ। ਜੀ ਗ੍ਰਾਈਂਡਰ ਵਾਲੇ ਨੂੰ ਜਿਹਦੇ ਕੋਲੋਂ ਵੀ ਦਲਾਈਏ ਉਹ 5-7 ਤੋੜੇ 10 20 15 ਇਕੱਠੇ ਲੈ ਜਾਂਦੇ ਆ। ਉਹਨੂੰ ਆਨੇ ਤੂੰ ਉਹ ਜਿਹੜੀ ਮਸ਼ੀਨ ਦੇ ਵਿੱਚ ਜਾਲੀ ਹੁੰਦੀ ਹੈ ਉਹ ਜਾਲੀ ਕੱਢ ਦੇਣੀ ਹੈ। ਸਹੀ ਹੈ, ਸਿਰਫ ਆਰ ਰਹਿਣੇ ਨੇ ਉਹਦੇ। ਉਹ ਕਿਸੇ ਦਾਣੇ ਦੇ 2 ਬਣ ਜਾਣਗੇ, ਕਿਸੇ ਦੇ 3 ਤੇ ਕਈ ਵਿੱਚ ਜਿਹੜੇ ਪਤਲੇ ਦਾਣੇ ਨੇ ਉਹ ਸਾਬਤ ਵੀ ਨਿਕਲ ਆਉਂਦੇ ਮਸ਼ੀਨ 'ਚ। ਬਿਲਕੁਲ, ਉਹ ਸਾਬਤ ਆਉਣਗੇ ਤੇ ਉਹਨੂੰ ਸ਼ਾਮੀ ਭਿਉਣਾ ਤੇ ਸਵੇਰ ਪਾ ਦੇਣੀ ਹੈ। ਜਿਹੜੀ ਸਵੇਰ ਭਿਉਣੀ ਉਹ ਸ਼ਾਮ ਨੂੰ ਪਾ ਦੇਣੀ ਹੈ। ਕੀ ਬਾਤ ਹੈ। ਔਰ ਪਾਣੀ ਵੰਡੇ ਦੇ ਉਹਦੇ ਨਾਲ ਹੀ ਪੱਠਿਆਂ ਦੇ ਨਾਲ? ਪਾਣੀ ਪੱਠਿਆਂ ਦੇ ਨਾਲ ਹੀ। ਅਸੀਂ ਇਹ ਰੁਟੀਨ ਰੱਖੀ ਕਿ ਜਦੋਂ ਧਾਰਾਂ ਕੱਢਣੀਆਂ ਨੇ ਅਸੀਂ ਉਦੋਂ ਇਹਨਾਂ ਦੇ ਅੱਗੇ ਉਹ ਵੰਡਾ ਪਾਣਾ, ਜਾਂ ਅਸੀਂ ਜਦੋਂ ਇਹ ਧਾਰਾਂ ਕੱਢਨੇ ਉਦੋਂ ਕੋਈ ਸੱਜਰੀ ਹੈ, ਤਾਜ਼ੀ ਹੈ, ਖੰਗੜੀ ਹੈ, ਕਿਸ ਤਰ੍ਹਾਂ ਵੀ ਉਹਨੂੰ ਉਦੋਂ ਚੌਕਰ ਤੇ ਉਹ ਵੰਡਾ ਉਦੋਂ ਲਾਜ਼ਮੀ ਉਹਦੇ ਅੱਗੇ ਪਾ ਦੇਣਾ। ਸਹੀ ਹੈ। ਵੰਡੇ 'ਚ ਹੋਰ ਕੀ ਸ਼ੈ ਤੁਸੀਂ ਪਾਉਂਦੇ ਹੋ? ਅਸੀਂ ਸਿਰਫ ਕੌੜੀ ਖਲ ਜੀ, ਚੌਕਰ ਤੇ ਕਣਕ ਜੀ, ਇਸ ਤੋਂ ਇਲਾਵਾ ਦੂਸਰੀਆਂ ਖਲ ਵੜੇਵਿਆਂ ਦੀ ਅਸੀਂ ਨਹੀਂ ਪਾਉਂਦੇ। ਨਾ ਅਸੀਂ ਉਹ ਫੀਡ ਪਾਉਂਦੇ ਆ, ਨਾ ਅਸੀਂ ਕੋਈ ਦੂਸਰਾ ਪਾਉਂਦੇ ਆ ਕੋਈ ਵੰਡਾ। ਤੁਹਾਡੀ ਨਜ਼ਰ 'ਚ ਬਿਹਤਰੀਨ ਵੰਡਾ? ਸਭ ਤੋਂ ਬਿਹਤਰੀਨ ਇਹਦੇ ਕਣਕ ਦੇ ਮੁਕਾਬਲੇ ਦਾ ਇੱਕ ਵੰਡਾ ਵੀ ਨਹੀਂ ਜੋ ਮਰਜ਼ੀ ਪੈ ਕਰੀਏ। ਪੱਠਾ ਕਣਕ ਦਾ ਬਰਸੀਨ ਛਟਾਲਾ ਜਿਹੜਾ ਇਹਦੇ ਨਾਲ ਕੋਈ ਪੱਠਾ ਨਹੀਂ ਰਲਦਾ। ਹੁਣ ਮੌਸਮ ਦੇ ਨਾਲ ਆਏਗਾ, ਜਵਾਰ ਆਏਗੀ, ਮੱਕੀ ਉਹਦੇ ਮੁਕਾਬਲੇ ਤੇ ਮਈਆਂ ਦੇ ਖਿਲਾਫ ਇਹ ਮਕਈ ਉਹ ਕੰਮ ਨਹੀਂ ਕਰਦੀ ਜਿਹੜਾ ਜਵਾਰ ਕਰਦੀ ਹੈ। ਤੇ ਰਾਵਾਂ ਬਾਜਰਾ ਨਿਸਰਨ ਤੋਂ ਪਹਿਲਾਂ, ਬਾਜਰਾ ਵੀ ਠੀਕ ਹੈ, ਨਿਸਰਨ ਤੋਂ ਪਹਿਲਾਂ ਜਦੋਂ ਬਾਜਰਾ ਨਿਸਰਦਾ ਫਿਰ ਮਈਆਂ ਦੇ ਖਿਲਾਫ ਹੋ ਜਾਂਦਾ। ਅੱਛਾ, ਬਾਕੀ ਜਵਾਰ ਤੇ ਇਹ ਜਿਹੜਾ ਰਾਵਾਂ ਸਵਾਂਕੀ ਜਿਹਨੂੰ ਆਂਦੇ ਹੋ, ਇਹ ਪੱਠਾ ਮਾਲ ਵਾਸਤੇ ਬਹੁਤ ਬਿਹਤਰ ਹੈ। ਤੂੜੀ ਬਿਹਤਰ ਹੈ, ਪਰਾਲੀ ਨਾਲੋਂ ਤੂੜੀ ਬਿਹਤਰ ਹੈ। ਠੀਕ ਹੋ ਗਿਆ। ਫਿਰ ਇਹੋ ਹੀ ਜ਼ਿਆਦਾ ਅਸੀਂ ਤੇ ਕੋਸ਼ਿਸ਼ ਨਾਲ ਕਸਰਤ ਨਾਲ ਕਣਕ ਭਾਵੇਂ ਕਸਾਰਾਂ ਵਾਲੀ ਹੈ, ਭਾਵੇਂ ਘੋਨੀ ਹੈ, ਭਾਵੇਂ ਕਣਕ ਬਰਸੀਨ ਹੈ, ਇਹ ਅਸੀਂ ਆਨੇ ਆ ਕਿ ਇਹਦੇ ਨਾਲ ਕੋਈ ਨਾ ਡੰਗਰੇ ਦੇ ਨਾਲ ਤਗੜਾ ਹੀ ਹੋਰ ਕੋਈ ਹੋ ਸਕਦਾ ਇਹਦੇ ਨਾਲ ਦਾ, ਨਾ ਇਹਦੇ ਨਾਲ ਦਾ ਦੁੱਧ ਹੀ ਕੋਈ ਡੰਗਰ ਦੂਸਰਾ। ਤੁਸੀਂ ਕਿਹਾ ਕਿ ਇਹ ਚੀਜ਼ਾਂ ਅਗਰ ਪਾਈਆਂ ਜਾਣ ਤੇ ਮੱਝ ਫੁੱਲ ਦੁੱਧ ਦਿੰਦੀ ਹੈ? ਫੁੱਲ ਦੁੱਧ ਵੀ ਦਿੰਦੀ ਹੈ ਤੇ ਜਿਸਮ ਤੋਂ ਵੀ ਤਗੜੀ ਹੁੰਦੀ ਹੈ। ਇੱਕ ਇਹਨੂੰ ਧਿਆਨ ਨਾਲ ਤਿਆਤ ਨਾਲ ਪਾਣੀ ਡਾਇਆ ਜਾਏ, ਇਹਨੂੰ ਪੱਠੇ ਧਿਆਤ ਨਾਲ ਪੱਠੇ ਪਾਏ ਜਾਣ। ਮਾਲ ਇਹਦੀ ਜ਼ਿੰਮੇਵਾਰੀ ਸਾਡੀ ਹੈ ਨਾ, ਇਹਨੂੰ ਅਸਾਂ ਰੱਖਿਆ, ਇਹਨੂੰ ਬੰਨ੍ਹ ਦਿੱਤਾ, ਇਹਨੇ ਰੱਸਾ ਤੋੜ ਕੇ ਤੇ ਕਿਸੇ ਪਾਸੇ ਜਾਣਾ ਨਹੀਂ, ਇੱਥੇ ਹੀ ਖਾਣਾ ਜੋ ਪਾਉਣਾ। ਤੇ ਅੱਲਾ ਵੀ ਰਾਜ਼ੀ ਹੋਏਗਾ ਜਦੋਂ ਇਹਨੂੰ ਟਾਈਮ ਨਾਲ ਇਹਦੇ ਨਾਲ ਇਹਨੂੰ ਪਾਣੀ ਪਿਆਵਾਂਗੇ, ਇਹਦੇ ਟਾਈਮ ਨਾਲ ਇਹਦਾ ਦੁੱਧ ਚੋਵਾਂਗੇ, ਇਹਦੇ ਟਾਈਮ ਨਾਲ ਇਹਨੂੰ ਖੁਰਾਕ ਦੇਵਾਂਗੇ। ਅੱਲਾ ਵੀ ਰਾਜ਼ੀ ਹੋਏਗਾ ਤੇ ਡੰਗਰ ਵੀ ਰਾਜ਼ੀ ਹੋਏਗਾ। ਜਦੋਂ ਡੰਗਰ ਰਾਜ਼ੀ ਹੋਇਆ ਤੇ ਅੱਲਾ ਪਾਕ ਆਪ ਰਾਜ਼ੀ ਹੋ ਗਿਆ ਤੇ ਅੱਲਾ ਨੇ ਬਰਕਤ ਵੀ ਆਪ ਪਾ ਦਿੱਤੀ। ਮਾਸ਼ਾਅੱਲਾ, ਬੜੀ ਗੱਲ। ਬਰਕਤ ਅੱਲਾ ਨੇ ਪਾਣੀ ਹੈ, ਸਾਡੀ ਕੋਈ ਕਮਾਲ ਨਹੀਂ ਇਹਦੇ ਵਿੱਚ, ਸਾਡੀ ਜ਼ਬਰਦਸਤ। ਤੁਸੀਂ ਬੜੀ ਜ਼ਬਰਦਸਤ ਗੱਲਬਾਤ ਸੁਣਾਈ ਹੈ। ਅੱਛਾ, ਫੁੱਲ ਦੁੱਧ ਤੋਂ ਮੈਂ ਕੀ ਮੁਰਾਦ ਲਵਾਂ ਕਿ ਕਿੰਨੇ ਕਿਲੋ ਜ਼ਿਆਦਾ ਜਾ ਸਕਦਾ ਅਗਰ ਇਹ ਤਰੀਕਾ ਯੂਜ਼ ਕਰ ਲਈਏ, ਅਸੀਂ ਇਸਤੇਮਾਲ ਕਰ ਲਈਏ? ਵੱਧ ਤੋਂ ਵੱਧ ਮੈਂ ਕਿਸੇ ਦੀ ਗੱਲ ਨਹੀਂ ਕਰਦਾ, ਆਪਣੀ ਗੱਲ ਕਰਨਾ। ਹਾਲ ਮੌਕਿਆ ਅੱਲਾ ਦਾ ਕਰਮ ਹੈ, ਅੱਲਾ ਦਾ ਕਰਮ ਹੈ। ਸਾਡੇ ਕੋਲ ਮੱਝ ਤਕਰੀਬਨ ਉਹ 24 ਕਿਲੋ 25 ਕਿਲੋ ਦੁੱਧ ਉਹਦੇ ਥੱਲੇ ਅਸਾਂ ਚੋਇਆ ਮਾਸ਼ਾਅੱਲਾ ਜੀ। ਇਹ ਵੰਡਾ ਪਾ ਕੇ ਤੇਲ ਸਰੋਂ ਦਾ ਉਹਨੂੰ 1 ਦਿਨ ਛੱਡ ਕੇ 2 ਦਿਨ ਛੱਡ ਕੇ ਤੇ ਤੇਲ ਸਰੋਂ ਦਾ ਦੇਣਾ ਨਾਲ ਅੱਧਾ ਕਿਲੋ ਜੀ। ਇਹ ਲਗਾਤਾਰ ਰੂਟੀਨ ਰੱਖਣੀ ਹੈ ਸਰੋਂ ਦੇ ਤੇਲ ਦੀ? ਸਰੋਂ ਦੇ ਤੇਲ ਦੀ ਰੂਟੀਨ ਬੜੀ ਜ਼ਿਆਦਾ ਵੀ ਲੇਟ ਕਰਨਾ ਤੇ ਉਹਨੂੰ 4 ਦਿਨ ਲੇਟ ਕਰਨਾ। 1 ਦਿਨ ਦਿੱਤਾ, 3 ਦਿਨ ਨਹੀਂ ਦਿੱਤਾ, ਚੌਥੇ ਦਿਨ ਲਾਜ਼ਮੀ ਤੇਲ ਦੇ ਦੇਣਾ। ਔਰ ਕਿੰਨਾ ਦੇਣਾ ਹੈ ਔਰ ਕਿਸ ਤਰ੍ਹਾਂ ਦੇਣਾ ਹੈ? ਅਸੀਂ ਤੇ ਅੱਧਾ ਕਿਲੋ ਤੇਲ ਦੇਣੇ ਆ ਮਹੀਂ ਨੂੰ, ਉਸ ਮਹੀਂ ਨੂੰ। ਹਾਲਾ ਉਹ ਕਿਲੋ ਵੀ ਦਈਏ ਤੇ ਮਹੀਂ ਵੱਡੀ ਉਹ ਬਰਦਾਸ਼ਤ ਕਰਦੀ ਹੈ, 3 ਪਾ ਵੀ ਉਹ ਬਰਦਾਸ਼ਤ ਕਰਦੀ ਹੈ। ਬਹਰਹਾਲ ਅਸੀਂ ਅੱਧਾ ਕਿਲੋ ਦੇਣੇ ਆ, 1 ਦਿਨ ਛੱਡ ਕੇ 1 ਦਿਨ ਦੇਣੇ ਆ। ਸਹੀ ਹੈ। ਸਰੋਂ ਦੇ ਤੇਲ ਦੀ ਗੱਲ ਕਰ? ਸਰੋਂ ਦਾ ਤੇਲ। ਉਹਦੇ ਨਾਲ ਤੇ ਨਹੀਂ ਕੁਝ ਦਿੰਦੇ ਸਰੋਂ ਦੇ ਤੇਲ ਦੇ? ਸਰੋਂ ਦੇ ਤੇਲ ਦੇ ਨਾਲ ਅਸੀਂ ਜਦੋਂ ਕਿਤੇ ਉਸ ਤਰ੍ਹਾਂ ਦਾ ਮੌਸਮ ਹੋਏ, ਪਰਾਲੀ ਹੋਏ ਵਿੱਚ, ਉਹਦੇ ਨਾਲ ਫਿਰ ਥੋੜੀ ਮਿਰਚ ਦਾਦੜ ਜਿਹੜੀ ਹੈ ਇਹ ਦੇ ਦਿੰਦੇ ਆ। ਤਕਰੀਬਨ 1 ਛਟਾਕ ਮਿਰਚ ਤੇ ਅੱਧਾ ਕਿਲੋ ਤੇਲ। ਜਾਂ ਹੈ ਜਿਹੜੀ ਸੁੰਡ, 1 ਛਟਾਕ ਸੁੰਡ, ਉਹਨੂੰ ਲੈ ਕੇ ਪੀ ਕੇ ਜਾਂ ਕੁੱਟ ਕੇ ਉਹ ਗ੍ਰਾਈਂਡਰ ਕਰ ਲਵੋ, ਕਿਸ ਤਰ੍ਹਾਂ ਵੀ ਕੁੱਟ ਲਵੋ ਤੇ ਉਹ ਅੱਧਾ ਕਿਲੋ ਤੇਲ ਤੇ ਉਹ ਛਟਾਕੀ ਸੁੰਡ ਉਹਨੂੰ ਦੇ ਦੇਵੇ ਤਾਂ ਕਿ ਗੋਇਆ ਨਾ ਭੰਨੇ, ਉਹਨੂੰ ਬਾਦੀ ਨਾ ਹੋਏ, ਉਹਨੂੰ ਕੋਈ ਐਸਾ ਮਸਲਾ ਨਾ ਹੋਏ। ਜ਼ਿੰਦਗੀ ਮੌਤ ਅੱਲਾ ਕੋਲੇ, ਅੱਲਾ ਕਰਮ ਕਰੇ ਤੇ ਫੇਰ ਕਰਮ ਹੁੰਦਾ, ਬੰਦੇ ਦੀ ਕੋਈ ਬਹਾਦਰੀ ਨਹੀਂ। ਬਿਲਕੁਲ ਸਹੀ ਹੈ। ਸਾਫ ਸੁਥਰਾ ਇਹਨਾਂ ਦਾ ਪੱਠਾ ਰੱਖੋ, ਸਾਫ ਸੁਥਰਾ ਇਹਨਾਂ ਨੂੰ ਪਾਓ ਤੇ ਕਰਮ ਅੱਲਾ ਕਰਦਾ, ਰੋਜ਼ੀ ਅੱਲਾ ਦਿੰਦਾ ਤੇ ਬੜੀ ਸੋਹਣੀ ਦਿੰਦਾ, ਖੂਬ ਦਿੰਦਾ। ਤੇ 3 ਡੰਗਰਾਂ ਨੂੰ ਕਿੰਨੇ ਬੰਦੇ ਸੰਭਾਲ ਸਕਦੇ ਨੇ ਬਾਈ? ਮੈਂ ਤੇ ਹੁਣ ਜ਼ਰਾ ਮਠਾਈਆਂ ਵਡੇਰਾ ਉਮਰ ਦੇ ਹਿਸਾਬ ਨਾਲ, ਕੁਝ ਮੇਰੇ ਗੋਡਿਆਂ ਨੂੰ ਤਕਲੀਫ ਹੈ। ਅਸਲ ਮੇਰਾ ਇੱਕੋ ਹੀ ਬੱਚਾ ਇਹਨਾਂ ਤੇ ਕੰਮ ਕਰਦਾ, ਉਹ ਹੀ ਪੱਠੇ ਪਾਉਂਦਾ, ਮੈਂ ਉਹਦੇ ਨਾਲ ਪਾਣੀ ਛਣੀ ਦਵਾਨਾ ਵਾ।
ਪੱਠੇ ਵੀ ਕੋਈ ਥੋੜੇ ਬਹੁਤੇ ਲਿਆਉਣੇ ਪੈਣ ਤੋਂ ਉਹਦੇ ਨਾਲ ਵਡਾ ਵਡੂ ਦੇਣਾ ਬਾਹਰ ਹਾਲ ਇੱਕੋ ਹੀ ਹੈ। ਹੁਣ ਦੂਸਰਾ ਮਦਰਸੇ ਜਾਂਦਾ, 2 ਹੀ ਮੇਰੇ ਬੱਚੇ ਨੇ ਯਾਨੀ ਤੁਸੀਂ ਸਮਝਦੇ ਹੋ ਕਿ ਅਗਰ 2 ਵੀ ਬੰਦੇ ਹੋਣ 3 ਡੰਗਰਾਂ ਨੂੰ ਸੰਭਾਲ ਸਕਦੇ ਨੇ? ਜੀ, ਬੰਦੇ ਸਾਂਭਣ ਵਾਲੇ ਹੋਣ 2 ਬੰਦੇ ਫੁੱਲ ਨੇ। ਠੀਕ ਹੋ ਗਿਆ, ਬਹੁਤ ਜ਼ਿਆਦਾ ਨੇ। ਜ਼ਬਰਦਸਤ। ਕਿੰਨੇ ਪੱਠੇ ਸਾਨੂੰ ਬੀਜਣੇ ਚਾਹੀਦੇ ਨੇ 3 ਡੰਗਰਾਂ ਵਾਸਤੇ ਇੱਕ ਸੀਜ਼ਨ ਦੇ 6 ਮਹੀਨਿਆਂ ਦੇ, ਤਾਂ ਕਿ ਮੁੱਲ ਨਾ ਲੈਣੇ ਪੈਣ? ਮੁੱਲ ਨਾ ਲੈਣੇ ਪੈਣ। ਮੈਂ ਪਿਛਲੇ ਸੀਜ਼ਨ ਦੇ ਵਿੱਚ ਤਕਰੀਬਨ ਸਾਡੀ ਪਹਿਲੀ ਜ਼ਮੀਨ ਮੇਰੇ ਕੋਲ 8 ਕਿੱਲੇ ਜੀ, ਉਹਦੇ ਵਿੱਚ 2 ਕਿੱਲੇ ਮੈਂ ਮੁੰਜੀ ਲਾਈ ਸੀ, ਉਹ ਵੀ ਮੁੰਜੀ ਚਰੀ 4 ਕੇ ਜਵਾਰ ਮੁੰਜੀ ਲਾਈ ਸੀ। ਬਾਕੀ 6 ਕਿੱਲੇ ਚਰੀ ਸੀ, 6 ਕਿੱਲੇ ਇਹ ਡੰਗਰ ਖਾ ਗਏ ਸਨ। ਅੱਲਾ ਕਰਮ ਕੀਤਾ ਤੇ ਮੁੱਲ ਨਹੀਂ ਸਨ ਲੈਣੇ ਪਏ। ਸਹੀ ਹੈ ਜੀ, ਵਧੇ ਵੀ ਨਹੀਂ ਸਨ ਤੇ ਘਟੇ ਵੀ ਨਹੀਂ ਸਨ ਤੇ ਸਹੀ ਪੱਠੇ ਹੋ ਵੀ ਗਿਆ। ਸਹੀ ਟਾਈਮ ਦੇ ਉਹਨੂੰ ਵਕਫੇ ਨਾ ਬੀਜਣਾ ਚਾਹੀਦਾ ਨਾ। ਇੱਕ ਜਲਦੀ ਇੱਕਦਮ ਤੇ ਸਾਰੇ ਬੀਜਿਆਂ ਤੇ ਫਿਰ ਉਹ ਖਰਾਬ ਹੋਣਗੇ, ਪੱਕ ਜਾਣਗੇ, ਖਰਵੇ ਹੋ ਜਾਣਗੇ। ਸਹੀ ਹੈ। ਅੱਛਾ ਸਾਹਿਬ, ਮੈਂ ਤੁਹਾਡੀ ਕਾਮਯਾਬੀ ਲੋਕਾਂ ਨਾਲ ਸ਼ੇਅਰ ਕਰਨਾ ਚਾਹਨਾ ਵਾਂ। ਤੁਹਾਡਾ ਮਾਸ਼ਾਅੱਲਾ ਕਿੰਨਾ ਦੁੱਧ ਹੋ ਜਾਂਦਾ ਹੈ ਇੱਕ ਟਾਈਮ ਦਾ? ਸਾਡਾ ਹੁਣ ਤੇ ਦੁੱਧ ਥੋੜਾ ਘਟਿਆ। ਹੁਣ ਮਈਆਂ ਖੰਗੜੀਆਂ ਨੇ, ਤਕਰੀਬਨ ਇਹਨਾਂ ਨੂੰ ਅੱਗੋਂ 6ਵਾਂ ਮਹੀਨਾ ਗੱਭਣਾ ਨੂੰ ਲੱਗ ਗਿਆ। ਠੀਕ ਹੈ। ਉਂਝ ਅੱਲਾ ਦਾ ਕਰਮ ਹੈ, ਇਹ ਵੀ ਸਾਡਾ ਦੁੱਧ ਤਕਰੀਬਨ 35 ਕਿਲੋ 70 75 ਕਿਲੋ ਦੋਹਾਂ ਟਾਈਮਾਂ ਦਾ ਅਸੀਂ ਦੁੱਧ ਦਿੰਦੇ ਆ। 9 ਮਈਆਂ ਅਸੀਂ ਚੋਨੇ ਆ ਹਾਲ ਮੌਕੇ ਤੇ, ਇੱਕ ਗਾਂ ਚੋਨੇ ਆ। ਸਹੀ ਹੈ। ਔਰ ਇਹ ਮਾਸ਼ਾਅੱਲਾ ਕਿੰਨੀ ਇਨਕਮ ਆਈ ਜਾਂਦੀ ਹੈ ਤੁਹਾਡੀ ਇੱਕ ਦਿਨ ਦੀ? ਹੁਣ ਤਾਂ ਸਾਡਾ ਖਰਚਾ ਹੀ ਬਿਲਕੁਲ ਥੋੜਾ। ਹੁਣ ਸਿਰਫ ਉਹ ਪੱਠੇ ਆਪਣੇ ਘਰ ਦੇ ਲਿਆਉਂਦੇ ਆ, ਕਣਕ ਲਿਆਉਂਦੇ ਆ, ਅੱਧਾ ਤੋੜਾ ਚੌਕਰ ਅਸੀਂ ਸਿਰਫ ਚੌਕਰ ਅੱਧਾ ਤੋੜਾ ਟਾਈਮ ਦਾ ਪਾਉਂਦੇ ਆ। ਅੱਧਾ ਤੋੜੇ ਤੋਂ ਵੀ ਘੱਟ ਪਾਉਂਦੇ ਆ, ਬਲਕਿ ਪੱਠੇ ਜ਼ਿਆਦਾ ਨੇ। ਹੁਣ ਇਹਦੇ ਚੋਂ ਸਾਨੂੰ ਵੀ ਲਾਲਚ ਹੈ ਕਿ ਅਸੀਂ ਇਹਦੇ ਵਿੱਚੋਂ ਬਚਤ ਕੱਢ ਲਈਏ ਜਿੰਨੀ ਨਿਕਲਦੀ। ਬਿਲਕੁਲ। ਤੇ ਅਗਰ ਤੁਸੀਂ ਮਤਲਬ ਤੁਹਾਡਾ 70 ਕਿਲੋ ਦੁੱਧ ਹੁੰਦਾ ਹੈ ਜੀ, ਤੇ ਉਹ ਤਕਰੀਬਨ 7000 ਦਾ ਵਿਕ ਜਾਂਦਾ ਹੈ 7000 ਦਾ। ਆਹੋ, ਇੰਨੇ ਕੁ ਦਾ ਤੇ ਹੋ ਹੀ ਜਾਂਦਾ। ਤੇ ਉਹਦੇ 'ਚ ਤੁਹਾਡਾ ਖਰਚ ਕਿੰਨਾ ਆ ਰਿਹਾ? ਖਰਚਾ ਉਹਦੇ ਚੋਂ ਹਾਲ ਮੌਕਾ ਸਾਡਾ ਖਰਚਾ ਤੁਹਾਨੂੰ ਦੱਸਿਆ ਘਰ ਦੇ ਨੇ ਪੱਠੇ, ਯਾਨੀ ਤਕਰੀਬਨ 2000 ਤੁਹਾਡਾ ਮੋਟਾ ਖਰਚ? 2500 ਰੁਪਇਆ ਖਰਚਾ ਆ ਜਾਂਦਾ। ਠੀਕ ਹੈ। ਯਾਨੀ ਮਾਸ਼ਾਅੱਲਾ ਤੁਹਾਡਾ ਇਸ ਟਾਈਮ ਜਿਹੜਾ ਵੇ ਤੁਹਾਡਾ ਫਾਰਮ, ਤੁਹਾਡੇ ਡੰਗਰ ਜਿਹੜੇ ਨੇ ਉਹ ਦਿਹਾੜੀ ਦਾ ਰੁਪਈਆ 4500 ਜਾਂ 5000 ਬਚਾਉਂਦੇ ਨੇ। ਮਾਸ਼ਾਅੱਲਾ। ਇਹੀ ਹੈ ਕਿ ਜਿਹੜੇ ਲੋਕ ਕਾਰੋਬਾਰ ਕਰਨਾ ਚਾਹੁੰਦੇ ਨੇ ਜੀ, ਉਹ ਕਿੰਨੇ ਡੰਗਰਾਂ ਤੋਂ ਸ਼ੁਰੂ ਕਰਨ ਤਾਂ ਕਿ ਉਹਨਾਂ ਦਾ ਨੁਕਸਾਨ ਨਾ ਹੋਏ, ਔਰ ਕਿਹੜੇ ਜਾਨਵਰ ਲੈਣ, ਉਹ ਕਿੱਥੋਂ ਲੈਣ? ਜਾਨਵਰ ਤੇ ਜਿਹੜਾ ਅੱਲਾ ਜਿਹਨੂੰ ਬਿਹਤਰ ਕਰੇ ਉਹ ਹੀ ਬਿਹਤਰ। ਤੁਹਾਨੂੰ ਦੱਸਿਆ ਬਿਲਕੁਲ ਹੁੰਦਾ। ਮੈਂ ਦਿੰਦੀ ਆ ਸਾਡੇ ਕੋਲ ਆ ਪਿੱਛੇ ਮਾਂ ਜੀ ਖੜੀ ਹੈ ਤੁਹਾਡੇ, ਜੀ। ਇਹ ਘਰ ਦੀ ਹੈ ਸਾਡੀ। ਹੁਣ ਇਹਨੇ 2 ਦੰਦ ਵੀ ਸੁੱਟ ਦਿੱਤੇ ਨੇ, ਵਡੇਰੀ ਹੋ ਗਈ ਹੈ ਸਾਡੇ ਘਰ ਦੀ ਹੈ। ਇਹ ਦੁੱਧ ਤਕਰੀਬਨ ਇਹਨੇ 16 17 ਹਰ ਸੂਏ ਦਾ ਇਹਨੇ ਦੁੱਧ ਦਿੱਤਾ ਹੈ। ਠੀਕ ਹੈ। ਇੱਕ ਟਾਈਮ ਦਾ ਜਾਂ 2 ਟਾਈਮ? 2 ਟਾਈਮ ਦਾ। ਦੋਵਾਂ ਟਾਈਮਾਂ ਦਾ। ਠੀਕ ਹੈ। ਸਿਰਫ ਇਹਨਾਂ ਚੋਂ 24-25 ਕਿਲੋ ਸਿਰਫ ਇੱਕ ਮੱਝ ਨੇ ਉਸੇ ਨਹੀਂ ਤੁਹਾਨੂੰ ਦੱਸਿਆ ਦੁੱਧ ਕੀਤਾ। ਬਾਕੀ ਸਾਰੀਆਂ ਕੋਈ 15 ਕਿਲੋ ਦਿੰਦੀ ਹੈ, ਕੋਈ 12 ਦਿੰਦੀ ਹੈ, ਕੋਈ 14 ਦਿੰਦੀ ਹੈ, ਕੋਈ 16 ਵੀ ਦਿੰਦੀ ਹੈ, ਕੋਈ 18 ਵੀ ਦਿੰਦੀ ਹੈ। ਠੀਕ ਹੈ। ਇਹ ਹਿਸਾਬ ਨਾਲ ਦਿੰਦੀਆਂ ਨੇ, ਇੱਕ ਜੈਸਾ ਨਹੀਂ ਦਿੰਦੀਆਂ ਸਾਰੀਆਂ। ਠੀਕ ਹੈ। ਅੱਛਾ, ਤੁਸੀਂ ਬੜੀ ਕੀਮਤੀ ਮਾਲੂਮਾਤ ਦਿੱਤੀਆਂ ਨੇ ਔਰ ਤੁਸੀਂ ਲੋਕਾਂ ਨੂੰ ਮੋਟੀਵੇਟ ਕੀਤਾ ਕਿ ਕੋਈ ਬੰਦਾ ਕੰਮ ਕਰਨਾ ਚਾਹੇ ਉਹਨੂੰ ਘਬਰਾਉਣਾ ਨਹੀਂ ਚਾਹੀਦਾ। ਨਹੀਂ, ਪਰੇਸ਼ਾਨੀ ਤੇ ਫਿਰ ਇਹ ਹਰ ਕੋਈ ਨਰਮ ਸਰਸ ਤੇ ਹੋ ਹੀ ਜਾਂਦਾ। ਬਿਲਕੁਲ ਹੋ ਜਾਂਦਾ। ਨਹੀਂ ਡੰਗਰ ਠੀਕ ਰਹਿੰਦਾ ਜਾਂ ਬੰਦਾ ਆਪ ਨਹੀਂ ਠੀਕ ਰਹਿੰਦਾ, ਦਵਾਈ ਲਿਆ ਅੱਲਾ ਬਿਹਤਰ ਕਰ ਦਿੰਦਾ। ਤੇ ਉਹ ਥੋੜੇ ਕਿੰਨੇ 4-5 ਡੰਗਰਾਂ ਤੋਂ ਵੀ ਆਪਣਾ ਕੰਮ ਸ਼ੁਰੂ ਕਰ ਸਕਦਾ? ਬਿਲਕੁਲ 4-5 ਤੋਂ ਵੀ ਕਰ ਸਕਦਾ ਹੈ। ਉਹਨੂੰ ਰੁਟੀਨ ਨਾਲ ਉਹਦੀ ਡਿਟੇਲ ਸਿਰਫ ਇਹ ਵੇ ਕਿ ਉਹਨਾਂ ਦੀ ਧਿਆਨ ਇਹ ਕਰਨਾ ਕਿ ਉਹਨਾਂ ਨੂੰ ਟਾਈਮ ਨਾਲ ਪਾਣੀ ਦੇਣਾ, ਟਾਈਮ ਨਾਲ ਚੋਣਾ, ਟਾਈਮ ਨਾਲ ਪੱਠੇ ਦੇਣੇ ਨੇ। ਟਾਈਮ ਦੇ ਆਗਾ ਪਿਛਾ ਨਹੀਂ ਹੋਣਾ ਚਾਹੀਦਾ। ਇਹ ਆਪਣਾ ਟਾਈਮ ਮੰਗਦੇ ਨੇ, ਸਾਡਾ ਟਾਈਮ ਨਹੀਂ ਮੰਗਦੇ। ਸਹੀ ਹੋ ਗਿਆ। ਮਾਲ ਡੰਗਰ ਬੰਦੇ ਦਾ ਟਾਈਮ, ਵਿਆਹ ਹੈ, ਸ਼ਾਦੀ ਹੈ, ਮਰਨਾ, ਜਿਉਣਾ, ਈਦ, ਸ਼ਬਰਾਤ, ਇਹਨਾਂ ਨੇ ਆਪਣਾ ਟਾਈਮ ਮੰਗਣਾ। ਇਹਨਾਂ ਸਾਡਾ ਟਾਈਮ ਨਹੀਂ ਮੰਨਣਾ। ਸਹੀ ਹੋ ਗਿਆ ਜੀ, ਠੀਕ ਹੋ ਗਿਆ।